ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਿਚਾਰ ਹੈ ਵਿਗਿਆਨ ਅਤੇ ਬ੍ਰਹਮ ਗਿਆਨ ਦੇ ਸੰਬੰਧ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਇਹ ਨਿਰੋਲ ਬ੍ਰਹਮ ਦਾ ਗਿਆਨ ਹੈ। ਇਹ ਬ੍ਰਹਮ ਦੀ ਵਿਚਾਰ ਹੈ, ਅਦ੍ਰਿਸ਼ਟ ਦੀ ਵਿਚਾਰ ਹੈ। ਕਿਉਂਕਿ ਜਿੰਨੇ ਵੀ ਗੁਰਮੁਖ ਹੋਏ ਨੇ, ਭਗਤ ਹੋਏ ਨੇ, ਜਦੋਂ ਉਹ ਗੁਰੂ ਦੀ ਸ਼ਰਨ ਦੇ ਵਿੱਚ ਗਏ, ਉਹਨਾਂ ਦਾ ਮਨ ਜਾਗਿਆ, ਸ਼ਬਦ ਨੂੰ ਸੁਣਿਆ, ਸੱਚ ਨੂੰ ਦੇਖਿਆ ਤੇ ਅੰਮ੍ਰਿਤ ਰਸ ਆਇਆ। ਫਿਰ ਉਹਨਾਂ ਨੇ ਚੌਥੇ ਪਦ ਦੀ ਅਦ੍ਰਿਸ਼ਟ ਇਲਾਕੇ ਦੀ ਵਿਚਾਰ ਸਾਡੀ ਭਾਸ਼ਾ ਦੇ ਵਿੱਚ ਸਾਨੂੰ ਸਮਝਾਈ। ਤੇ ਇਹ ਬ੍ਰਹਮ ਦੀ ਵਿਚਾਰ, ਇਹ ਬ੍ਰਹਮ ਦਾ ਗਿਆਨ ਗੁਰਮੁਖਾਂ ਦੇ ਰਾਹੀਂ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਾਰੀ ਹੀ ਇਹ ਬ੍ਰਹਮ ਦਾ ਗਿਆਨ ਹੈ, ਜੋ ਨਾਮ ਤੋਂ, ਹਰ ਤੱਤ ਤੋਂ ਪੈਦਾ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ ਬਚਨ ਹੈ, ਸਭ ਨਾਦ ਵੇਦ ਗੁਰਬਾਣੀ, ਮਨ ਤਨ ਰਤਾ ਸਾਰੰਗ ਪਾਣੀ। ਨਾਮ ਵਿੱਚ ਰੰਗੇ ਹੋਏ ਮਨਾਂ ਦੀ ਵਿਚਾਰ ਗੁਰਬਾਣੀ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਤੇ ਇਹ ਚੌਥੇ ਪਦ ਦੀ ਅਵਸਥਾ ਹੈ, ਤ੍ਰੈ ਗੁਣਾ ਤੋਂ ਉੱਪਰ ਦੀ ਵਿਚਾਰ ਹੈ। ਵਿਗਿਆਨ ਤ੍ਰੈ ਗੁਣਾਂ ਦੀ ਭਾਸ਼ਾ ਹੈ। ਤ੍ਰੈ ਗੁਣਾਂ ਦੀ ਦ੍ਰਿਸ਼ਟਮਾਨ ਦੀ ਖੋਜ ਜਦੋਂ ਕੋਈ ਜੀਵ ਵਿਗਿਆਨੀ ਬਣਦਾ ਹੈ, ਦ੍ਰਿਸ਼ਟਮਾਨ ਦੀ ਖੋਜ ਕਰਦਾ ਹੈ, ਉਸ ਖੋਜ ਨੂੰ ਦਿਖਾਈ ਦੇਣ ਕਰਕੇ ਫਿਰ ਅਸੀਂ ਉਸ ਤੋਂ ਪ੍ਰਭਾਵਿਤ ਹੁੰਦੇ ਹਾਂ। ਤੇ ਪ੍ਰਭਾਵਿਤ ਹੋ ਕੇ ਫਿਰ ਅਸੀਂ ਆਪ ਵੀ ਤੇ ਦੂਸਰਿਆਂ ਨੂੰ ਵੀ ਕਹਿੰਦੇ ਹਾਂ ਕਿ ਇਸ ਨੂੰ ਪੜ੍ਹੋ, ਇਸ ਨੂੰ ਵਿਚਾਰੋ, ਇਸ ਨੂੰ ਸੁਣੋ, ਉਸ ਨੂੰ ਮਾਨਤਾ ਦੇ ਦਿੰਦੇ ਹਾਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਦੱਸ ਰਹੇ ਨੇ ਵੀ ਵਿਗਿਆਨ ਦੀ ਹੱਦਬੰਦੀ ਬੜੀ ਛੋਟੀ ਹੈ, ਦਾਇਰਾ ਬੜਾ ਛੋਟਾ ਹੈ। ਅੱਜ ਕਿਸੇ ਨੇ ਖੋਜ ਕੀਤੀ, ਕੁਝ ਸਮਾਂ ਲੰਘੇਗਾ, ਕੋਈ ਹੋਰ ਉੱਠੇਗਾ, ਉਹ ਉਸੇ ਦੀ ਖੋਜ ਨੂੰ ਗਲਤ ਸਾਬਿਤ ਕਰ ਦੇਗਾ ਤੇ ਆਪਣੀ ਇੱਕ ਨਵੀਂ ਖੋਜ ਰੱਖੇਗਾ। ਫਿਰ ਅਸੀਂ ਉਸ ਨੂੰ ਮੰਨਣ ਲੱਗ ਜਾਂਦੇ ਹਾਂ। ਜਿਸ ਤਰ੍ਹਾਂ ਪਹਿਲੇ ਜੀਵ ਕਹਿੰਦੇ ਹੁੰਦੇ ਸਨ ਵੀ ਸੂਰਜ ਜਿਹੜਾ ਹੈ ਉਹ ਖੜਾ ਹੈ, ਧਰਤੀ ਉਸਦੇ ਚਾਰ ਚੁਫੇਰੇ ਸਰਕਲ ਕੱਟ ਰਹੀ ਹੈ, ਦੂਸਰੇ ਗ੍ਰਹਿ ਸੂਰਜ ਦੇ ਚਾਰ ਚੁਫੇਰੇ ਘੁੰਮ ਰਹੇ ਨੇ। ਫਿਰ ਬਾਅਦ ਵਿੱਚ ਕਿਸੇ ਨੇ ਖੋਜ ਕੀਤੀ ਵੀ ਸੂਰਜ ਵੀ ਘੁੰਮ ਰਿਹਾ ਹੈ ਤੇ ਧਰਤੀ ਵੀ ਘੁੰਮ ਰਹੀ ਹੈ। ਹੁਣ ਜਿਹੜੇ ਪਹਿਲਾਂ ਪੜ੍ਹ ਗਏ ਸਨ ਉਹ ਗਲਤ ਹੋ ਗਏ, ਉਹਨਾਂ ਆਪਦੀ ਸਾਰੀ ਉਮਰ ਉਸੇ ਨੂੰ ਹੀ ਮੰਨਦਿਆਂ ਲਗਾ ਦਿੱਤੀ। ਪਰ ਜੇ ਤੁਸੀਂ ਗੁਰਬਾਣੀ ਵਿੱਚੋਂ ਇਸ ਨੂੰ ਆਪਾਂ ਲੈਂਦੇ ਹਾਂ, ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਵੀ ਸੂਰਜ ਵੀ ਸਫ਼ਰ ਕਰ ਰਿਹਾ ਹੈ, ਮਾਰਗ ਤੇ ਚੱਲ ਰਿਹਾ ਹੈ, ਸਾਰਾ ਸੰਸਾਰ ਹੀ ਮਾਰਗ ਤੇ ਚੱਲ ਰਿਹਾ ਹੈ। ਜਿਸ ਨੂੰ ਮਹਾਰਾਜ ਨੇ ਲਿਖ ਦਿੱਤਾ ਸੀ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਗੁਰਬਾਣੀ ਅਗੰਮ ਦੀ ਗੱਲ ਕਰਦੇ ਨੇ, ਚੌਥੇ ਪਦ ਦੀ ਗੱਲ ਕਰਦੇ ਨੇ। ਹੁਣ ਸਿਰਫ ਇੱਕ ਤਰਫਾ ਜਦੋਂ ਅਸੀਂ ਵਿਚਾਰ ਨੂੰ ਲੈ ਕੇ ਚੱਲਦੇ ਹਾਂ, ਉੱਥੇ ਫਿਰ ਵਿਚਾਰਾਂ ਦਾ ਸਮਾਂ ਪਾ ਕੇ ਟਕਰਾਅ ਹੋ ਜਾਂਦਾ ਹੈ ਤੇ ਇੱਕ ਵਿਗਿਆਨੀ ਦੂਸਰੇ ਦੀ ਖੋਜ ਨੂੰ ਗਲਤ ਸਾਬਿਤ ਕਰ ਦਿੰਦਾ ਹੈ। ਦੂਸਰੇ ਪਾਸੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਦੇਖੋ, ਇਸ ਵਿੱਚ ਕਿੰਨੇ ਭਗਤ ਬੈਠੇ ਹੋਏ ਨੇ, ਕਿੰਨੇ ਗੁਰੂ ਸਾਹਿਬ ਬੈਠੇ ਨੇ, ਸਾਰੇ ਇੱਕ ਦੂਸਰੇ ਦੀ ਪ੍ਰੋੜਤਾ ਕਰਦੇ ਨੇ ਵੀ ਜੋ ਗੁਰਮੁਖ ਇੱਕ ਕਹਿ ਰਿਹਾ ਹੈ, ਦੂਸਰਾ ਉਸ ਨੂੰ ਇੱਕ ਹੀ ਗੱਲ ਨੂੰ, ਉਸੇ ਨੂੰ ਪਰਪੱਕ ਕਰਾ ਰਿਹਾ ਹੈ ਵੀ ਵਾਕਈ ਹੀ
ਜੋ ਪਹਿਲੇ ਨੇ ਗੱਲ ਕੀਤੀ ਉਹੀ ਦੂਸਰੀ ਗੱਲ ਕਰ ਰਿਹਾ ਹੈ, ਦੂਸਰਾ ਵੀ ਉਹੀ ਗੱਲ ਕਰ ਰਿਹਾ ਹੈ। ਸਾਰਿਆਂ ਦੇ ਇੱਕੋ ਤਰ੍ਹਾਂ ਦੇ ਵਿਚਾਰ ਨੇ, ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦਾ ਬਚਨ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਕਿਉਂਕਿ ਸਾਡਾ ਮਨ ਤੌਰ 'ਤੇ ਸਾਰਿਆਂ ਦਾ ਗੁਰੂ ਇੱਕੋ ਹੀ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਤੋਂ ਜੋ ਅੱਗੇ ਗਿਆਨ ਪ੍ਰਗਟ ਹੁੰਦਾ ਹੈ ਉਹ ਭਾਸ਼ਾ ਅਲੱਗ-ਅਲੱਗ ਹੋ ਸਕਦੀ ਹੈ, ਪਰ ਅੰਦਰਲਾ ਖੇਲ ਉਹ ਇੱਕੋ ਹੀ ਹੈ। ਹਰ ਇੱਕ ਭਗਤ ਨੇ ਭਾਸ਼ਾ ਆਪਣੇ ਆਪਣੇ ਇਲਾਕੇ ਮੁਤਾਬਕ ਵਰਤੀ, ਪਰ ਖੇਲ ਉਸ ਇੱਕ ਦਾ ਪਰਮਾਤਮਾ ਦਾ ਜੋ ਸਰੂਪ ਸੀ ਜਾਂ ਜੋ ਸ਼ਬਦ ਦਾ ਸਰੂਪ ਸੀ ਉਹ ਇੱਕੋ ਹੀ ਦੱਸਿਆ ਹੈ। ਪਰ ਵਿਗਿਆਨ ਦੇ ਵਿੱਚ ਦੁਬਿਧਾ ਪੈਦਾ ਹੋ ਜਾਂਦੀ ਹੈ ਤੇ ਇਸ ਨੂੰ ਇੱਕ ਗੁਰਬਾਣੀ ਵਿੱਚ ਮਹਾਰਾਜ ਨੇ ਬਚਨ ਲਿਖਿਆ ਹੈ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ। ਵੀ ਜਿਸ ਤਰ੍ਹਾਂ ਇੱਕ ਬਰਸਾਤ ਦੇ ਮੌਕੇ 'ਤੇ ਕੀੜੇ ਨਿਕਲਦੇ ਨੇ, ਉਹਨਾਂ ਨੂੰ ਖੰਭ ਉਗਾਉਂਦੇ ਨੇ, ਉਹ ਅਡਾਰੀ ਮਾਰਦੇ ਨੇ, ਉਹ ਇੰਨੇ ਅਜੇ ਮਜ਼ਬੂਤ ਨਹੀਂ ਹੁੰਦੇ, ਉਦੋਂ ਹੀ ਖੰਭ ਝੜ ਜਾਂਦੇ ਨੇ ਤੇ ਖਤਮ ਹੋ ਜਾਂਦੇ ਨੇ। ਇੱਕ ਭੌਰਾ ਹੈ, ਉਹ ਬਚਪਨ ਤੋਂ ਹੀ ਉੱਡਦਾ ਹੈ, ਉਹ ਲੰਬੀ ਉਡਾਰੀ ਮਾਰਦਾ ਹੈ ਤੇ ਸਾਰੀ ਉਮਰ ਆਪਦੇ ਜੀਵਨ ਦੇ ਵਿੱਚ ਆਕਾਸ਼ ਵਿੱਚ ਉਡਾਰੀਆਂ ਮਾਰ ਕੇ ਆਪਦੇ ਜੀਵਨ ਵਿੱਚ ਆਨੰਦ ਵਿੱਚ ਵਿਚਰਦਾ ਹੈ। ਹੁਣ ਉਸ ਨੂੰ ਦੇਖ ਕੇ, ਇਹ ਜਦੋਂ ਭੌਰੇ ਨੂੰ ਦੇਖ ਕੇ ਕੀੜਿਆਂ ਦੇ ਮਨ ਵਿੱਚ ਵੀ ਆਉਂਦਾ ਹੈ ਵੀ ਅਸੀਂ ਵੀ ਉਡਾਰੀ ਮਾਰੀਏ। ਉਹ ਸ਼ੌਂਕ ਵਜੋਂ ਮਾਰਦੇ ਨੇ, ਕੋਸ਼ਿਸ਼ ਕਰਦੇ ਨੇ, ਰੀਸ ਕਰਦੇ ਨੇ, ਪਰ ਡਿੱਗ ਪੈਂਦੇ ਨੇ, ਖਤਮ ਹੋ ਜਾਂਦੇ ਨੇ। ਇਸੇ ਤਰ੍ਹਾਂ ਇਹ ਵਿਗਿਆਨ ਕਾਲ ਦੀ ਬਣਾਈ ਹੋਈ ਹੂਬਹੂ ਬ੍ਰਹਮ ਦੇ ਗਿਆਨ ਦੀ ਨਕਲ ਹੈ। ਗੁਰਮੁਖਾਂ ਨੂੰ ਚੌਥੇ ਪਦ ਵਿੱਚ ਵਿਚਾਰਾਂ ਕਰਦਿਆਂ ਨੂੰ, ਅਡਾਰੀਆਂ ਮਾਰਦਿਆਂ ਨੂੰ ਦੇਖ ਕੇ ਕਾਲ ਦੇ ਅੰਦਰ ਵੀ ਇਹ ਫੁਰਨੇ ਬਣਦੇ ਨੇ ਵੀ ਇਹਨਾਂ ਦੇ ਵਾਂਗੂ, ਗੁਰਮੁਖਾਂ ਦੇ ਵਾਂਗੂ ਜਿਵੇਂ ਇਹ ਖੇਲ ਖੇਲਦੇ ਨੇ, ਅਸੀਂ ਵੀ ਖੇਲ ਖਿਡਾਈਏ। ਪਰ ਹੁਣ ਕਾਲ ਨਕਲੀ ਹੈ, ਇਸ ਦੀ ਖੋਜ ਨਕਲੀ ਹੈ, ਦ੍ਰਿਸ਼ਟਮਾਨ ਹੈ। ਹੁਣ ਜਿਸ ਤਰ੍ਹਾਂ ਗੁਰਮੁਖ ਚੌਥੇ ਪਦ ਵਿੱਚ ਜਦੋਂ ਵਿਚਰਦੇ ਨੇ, ਉਹ ਡਾਇਰੈਕਟ ਗੱਲ ਕਰਦੇ ਨੇ। ਕਾਲ ਨੇ ਦੇਖਿਆ ਵੀ ਇਹ ਸਿੱਧਾ ਕਨੈਕਸ਼ਨ ਇਹਨਾਂ ਨੂੰ ਸ਼ਬਦ ਦੁਆਰਾ ਮਿਲਿਆ ਹੋਇਆ ਹੈ, ਉਸ ਨੇ ਨਕਲੀ ਇੱਧਰ ਕਨੈਕਸ਼ਨ ਪੈਦਾ ਕਰ ਦਿੱਤੇ। ਅਸੀਂ ਟੈਲੀਫੋਨ ਬਣਾ ਲਏ, ਇੱਕ ਦੂਸਰੇ ਨਾਲ ਫੋਨ ਦੁਆਰਾ ਗੱਲ ਕਰਨ ਲੱਗੇ। ਇਸ ਦੇ ਵਿੱਚ ਛੋਟਾ ਜਿਹਾ ਸਿਮ ਪੈਂਦਾ ਹੈ, ਜਿਸ ਨੂੰ ਕਨੈਕਸ਼ਨ ਮਿਲਦਾ ਹੈ। ਉਹ ਕਨੈਕਸ਼ਨ ਜਦੋਂ ਮਿਲੇਗਾ ਤਾਂ ਗੱਲ ਹੋਏਗੀ। ਹੁਣ ਇੱਕ ਨਕਲੀ ਛੋਟੇ ਜਿਹੇ ਸਿਮ ਦਾ, ਪੁਰਜੇ ਦਾ ਆਸਰਾ ਲੈ ਕੇ ਅਸੀਂ ਗੱਲ ਕਰ ਰਹੇ ਹਾਂ, ਹਾਲਾਂਕਿ ਇਹ ਵੀ ਇੱਕ ਇਨਸਾਨ ਦੀ ਖੋਜ ਹੈ। ਜਿਸ ਇਨਸਾਨ ਨੇ ਇਸ ਨੂੰ ਬਣਾਇਆ, ਹੁਣ ਉਹ ਇਸ ਦਾ ਗੁਲਾਮ ਹੋ ਗਿਆ। ਇਸ ਤੋਂ ਬਿਨਾਂ ਉਹ ਸਿੱਧੀ ਗੱਲ ਨਹੀਂ ਕਰ ਸਕਦਾ। ਗੁਰਮੁਖ ਸਿੱਧੀ ਗੱਲ ਕਰਦੇ ਨੇ। ਕਾਲ ਜਿਹੜਾ ਹੈ ਉਹ ਇਸ ਤਰ੍ਹਾਂ ਅਸਲ ਦੀ ਜਦੋਂ ਨਕਲ ਪੈਦਾ ਕਰਦਾ ਹੈ, ਫਿਰ ਅਸੀਂ ਉਸ ਦੇ ਗੁਲਾਮ ਬਣ ਜਾਂਦੇ ਹਾਂ, ਫਿਰ ਸਾਡਾ ਉਸ ਦੇ ਬਿਨਾਂ ਗੁਜ਼ਾਰਾ ਨਹੀਂ ਚੱਲਦਾ। ਅੱਜ ਕੱਲ੍ਹ ਤੁਸੀਂ ਦੇਖ ਹੀ ਰਹੇ ਹੋ ਕਿਸ ਤਰ੍ਹਾਂ ਸਾਰੇ ਜੀਵ ਹੁਣ ਇਸ ਦੇ ਵੱਸ ਪੈ ਚੁੱਕੇ ਨੇ। ਇਸੇ ਤਰ੍ਹਾਂ ਕਾਲ ਨੇ ਦੇਖਿਆ ਵੀ ਗੁਰਮੁਖ ਚੌਥੇ ਪਦ ਵਿੱਚ ਵਿਚਰਦੇ ਨੇ, ਸਨਮੁਖ ਦੇਖਦੇ ਨੇ, ਇੱਕ ਦੂਸਰੇ ਨੂੰ ਪਛਾਣਦੇ ਨੇ, ਗੱਲ ਕਰ ਲੈਂਦੇ ਨੇ, ਉੱਥੇ ਪਹੁੰਚ ਜਾਂਦੇ ਨੇ ਅਗੰਮ ਦੇ ਵਿੱਚ। ਇਸ ਨੇ ਇੱਧਰ ਟੈਲੀਵਿਜ਼ਨ ਦੀ ਖੋਜ ਕਰ ਦਿੱਤੀ ਜਾਂ ਵੀਡੀਓ ਦੀ ਖੋਜ ਕਰ ਦਿੱਤੀ ਵੀ ਅਸੀਂ ਇੱਕ ਦੂਸਰੇ ਨੂੰ ਵੀਡੀਓ 'ਤੇ ਦੇਖਣ ਲੱਗ ਪਏ। ਇਹੋ ਜਿਹੀ ਖੋਜਾਂ ਜਿਹੜੀਆਂ ਅੱਜ ਅਸੀਂ ਕਰ ਰਹੇ ਹਾਂ, ਵਿਗਿਆਨੀ ਗੁਰਬਾਣੀ ਵਿੱਚ ਇੱਕ ਮਿਸਾਲ ਦਿੱਤੀ ਹੈ ਰਾਵਣ ਦੀ, ਉਹ ਇਸ ਤੋਂ ਕਈ ਗੁਣਾ ਵੱਧ ਗਿਆਨਵਾਨ ਸੀ। ਆਪਦੇ ਸਮੇਂ ਦਾ ਉਹ ਬੜਾ ਅੱਛਾ ਵਿਗਿਆਨੀ ਸੀ। 4 ਵੇਦਾਂ ਦਾ ਉਹ ਗਿਆਤਾ ਸੀ, ਪਰ ਵੇਦਾਂ ਵਿੱਚੋਂ ਵੀ ਉਸਨੇ ਨਾਮ ਦੀ ਖੋਜ ਨਹੀਂ ਕੀਤੀ, ਦ੍ਰਿਸ਼ਟਮਾਨ ਦੀ ਖੋਜ ਕੀਤੀ। ਜਿਸ ਨੂੰ ਮਹਾਰਾਜ ਦੀ ਗੁਰਬਾਣੀ ਦਾ ਬਚਨ ਵੀ ਹੈ, ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀਂ,
ਫਿਰਹੇ ਜਿਉਂ ਬੇਤਾਲਿਆ। ਜਦੋਂ ਅਸੀਂ ਦ੍ਰਿਸ਼ਟਮਾਨ ਦੀ ਖੋਜ ਕਰਦੇ ਹਾਂ, ਫਿਰ ਹੌਲੀ ਹੌਲੀ ਸਾਡਾ ਮਨ ਹਉਮੈ ਵਿੱਚ ਚੱਲ ਪੈਂਦਾ ਹੈ। ਰਾਵਣ ਦੇ ਅੰਦਰ ਵੀ ਹੰਕਾਰ ਪੈਦਾ ਹੋ ਗਿਆ। ਉਸ ਨੇ ਆਪ ਦੇ ਸਮੇਂ ਦੇ ਵਿੱਚ ਕੀ ਅਵਸਥਾ ਵਿੱਚ ਚੱਲਿਆ। ਮਹਾਰਾਜ ਗੁਰਬਾਣੀ ਦਾ ਬਚਨ ਹੈ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾਂ ਭਏ ਦਰ ਬਾਂਧੇ ਹਾਥੀ, ਖਿਨ ਮਹਿ ਭਈ ਪਰਾਈ। ਉਹ ਐਸੀ ਅਵਸਥਾ ਵਿੱਚ ਚਲਾ ਗਿਆ ਵੀ ਹੰਕਾਰ ਵਿੱਚ ਹੋਣ ਕਰਕੇ ਉਸ ਨੇ ਵਿਗਿਆਨ ਤੋਂ ਕੰਮ ਲਿਆ। ਜੋ ਅੱਜ ਅਸੀਂ ਸੋਲਰ ਸਿਸਟਮ ਨੂੰ ਅਪਣਾ ਰਹੇ ਹਾਂ, ਉਹ ਉਦੋਂ ਹੀ ਸੂਰਜ ਤੋਂ ਕੰਮ ਲੈਣਾ ਉਸਨੇ ਸ਼ੁਰੂ ਕਰ ਦਿੱਤਾ ਸੀ, ਜਿਸ ਨੂੰ ਮਹਾਰਾਜ ਦੱਸ ਰਹੇ ਨੇ, ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਹੁਣ ਉਹ ਅੰਦਰ ਸ਼ਬਦ ਨਹੀਂ ਸੀ, ਭੇਤ ਸ਼ਬਦ ਦੇ ਨਾਲ ਪਿਆਰ ਨਹੀਂ ਸੀ, ਸ਼ਬਦ ਵਿੱਚ ਸਮਾਇਆ ਨਹੀਂ ਸੀ, ਹੰਕਾਰ ਪੈਦਾ ਹੋ ਗਿਆ ਤੇ ਹੰਕਾਰ ਵਿੱਚ ਉਸਨੇ ਯੁੱਧ ਕੀਤੇ ਤੇ ਸਰਬ ਆਪ ਦੀ ਲੰਕਾ ਸਮੇਤ ਹੀ ਉਹ ਨਸ਼ਟ ਹੋ ਗਿਆ। 1 ਲੱਖ ਪੂਤ 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਦੱਸ ਰਹੇ ਨੇ ਵੀ ਗੁਰਮੁਖ ਜਿਹੜੇ ਨੇ ਉਹ 3 ਗੁਣਾਂ ਤੋਂ ਉੱਪਰ ਉੱਠ ਕੇ ਉਹ ਨਾਮ ਦੇ ਨਾਲ ਪਿਆਰ ਪਾਉਂਦੇ ਨੇ, ਨਾਮ ਦੇ ਵਿੱਚ ਸਮਾਉਂਦੇ ਨੇ ਤੇ ਬ੍ਰਹਮ ਦਾ ਗਿਆਨ ਇਹ ਸਾਡੇ ਅੰਦਰ ਫਿਰ ਜੋ ਪੈਦਾ ਹੋਏਗਾ, ਇਹ ਸਾਨੂੰ ਪਿਆਰ ਸਿਖਾਏਗਾ। ਵਿਗਿਆਨ ਨਫ਼ਰਤ ਪੈਦਾ ਕਰਦਾ ਹੈ। ਉਹ ਤੁਸੀਂ ਦੇਖਦੇ ਹੀ ਹੋ ਵੀ ਕਿਸ ਤਰ੍ਹਾਂ ਵਿਗਿਆਨੀਆਂ ਨੇ ਐਟਮ ਦੀ ਖੋਜ ਕਰ ਲਈ, ਅੱਗੇ ਉਸ ਤੋਂ ਪਰਮਾਣੂ ਹਥਿਆਰ ਬਣਾ ਲਏ। ਸਾਰੀ ਮਨੁੱਖੀ ਜਾਤੀ ਵਾਸਤੇ ਜੋ ਖਤਰਾ ਹੈ, ਜੋ ਇਸ ਨੂੰ ਖਤਮ ਕਰ ਸਕਦੇ ਨੇ, ਇਸ ਦੀ ਹੋਂਦ ਨੂੰ ਹੀ ਖਤਮ ਕਰ ਸਕਦੇ ਨੇ, ਐਸੀ ਖੋਜ ਕਰ ਲਈ। ਤੇ ਅੱਜ ਦਾ ਜੋ ਦੇਸ਼ ਨੇ ਜਾਂ ਇਨਸਾਨ ਨੇ, ਉਹ ਇੱਕ ਦੂਸਰੇ ਦੇ ਪ੍ਰਤੀ ਮਨਾਂ ਦੇ ਵਿੱਚ ਇੰਨੀ ਈਰਖਾ ਨਫ਼ਰਤ ਲੈ ਕੇ ਬੈਠੇ ਨੇ ਵੀ ਇਸ ਜੋ ਲੋਕ ਹੈ, ਇਹ ਧਰਤੀ ਹੈ, ਇਸ ਨੂੰ ਅਗਨ ਦਾ ਰੂਪ ਦੇ ਦਿੱਤਾ ਹੈ। ਅਗਨ ਦੇ ਉੱਪਰ ਬੈਠੇ ਨੇ ਤੇ ਕਿਸੇ ਸਮੇਂ ਵੀ ਇਹ ਅਗਨ ਭੜਕ ਸਕਦੀ ਹੈ। ਜਦੋਂ ਕਿ ਬ੍ਰਹਮ ਦਾ ਗਿਆਨ ਪਿਆਰ ਸਿਖਾਉਂਦਾ ਹੈ ਵੀ ਇਹ ਸਰੀਰ ਹਰੀ ਦਾ ਮੰਦਰ ਹੈ, ਇਸ ਦੇ ਵਿੱਚ ਉਹ ਆਪ ਵਸਦਾ ਹੈ, ਇਸ ਦਾ ਸਤਿਕਾਰ ਕਰੋ। ਹਰਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਹਰ ਮੰਦਰ ਮੈਂ ਹਰ ਵਸੇ, ਸਰਬ ਨਿਰੰਤਰ ਸੋਏ। ਨਾ ਗੁਰਬਾਣੀ ਦਾ ਪ੍ਰਚਾਰ ਨੂੰ ਅਸੀਂ ਸਮਝਣ ਕਰਕੇ ਅਸੀਂ ਵਿਗਿਆਨ ਤੋਂ ਪ੍ਰਭਾਵਿਤ ਹੋਈ ਜਾ ਰਹੇ ਹਾਂ। ਸਾਡੇ ਬੱਚੇ ਦ੍ਰਿਸ਼ਟਮਾਨ ਤੋਂ ਪ੍ਰਭਾਵਿਤ ਹੋ ਰਹੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਜੇ ਤੁਸੀਂ ਸ਼ਬਦ ਨਾਲ ਜੁੜ ਗਏ, ਕੁਛ ਗੁਰਮੁਖ ਜੇ ਸ਼ਬਦ ਵਿੱਚ ਜੁੜ ਜਾਣ, ਸ਼ਬਦ ਵਿੱਚ ਸਮਾ ਕੇ ਆਪਦੇ ਇਸ ਪਰਲੋਕ ਦੇ ਵਿੱਚ, ਸੁਣਨ ਦੇ ਵਿੱਚ ਆਉਣਾ ਜਾਣਾ ਸਿੱਖ ਲੈਣ, ਤੇ ਇੱਕ ਸਮਾਂ ਆ ਸਕਦਾ ਹੈ ਵੀ ਜੀਵ ਬ੍ਰਹਮ ਦੇ ਗਿਆਨ ਨੂੰ ਮੰਨਣਗੇ ਤੇ ਵਿਗਿਆਨ ਥੱਲੇ ਆ ਸਕਦਾ ਹੈ। ਕਿਉਂਕਿ ਬ੍ਰਹਮ ਦੇ ਗਿਆਨ ਦੇ ਵਿੱਚ ਮਹਾਰਾਜ ਦੱਸ ਰਹੇ ਨੇ ਵੀ ਇੱਥੇ ਸਤਿਕਾਰ ਪੈਦਾ ਹੋਏਗਾ ਮਾਨਸ ਜਾਮੇ ਦਾ ਇੱਕ ਦੂਸਰੇ ਦੇ ਪ੍ਰਤੀ। ਜੋ ਇਹਨਾਂ ਐਟਮ ਬਣਾਏ, ਸ਼ਕਤੀ ਬਣਾਈ, ਉਹ ਉੱਥੇ ਹੀ ਰਹਿ ਜਾਏਗੀ। ਜਿੰਨਾ ਦ੍ਰਿਸ਼ਟਮਾਨ ਦਾ ਜੋ ਖਰਚਾ ਇਹਨਾਂ ਤੇ ਹੋ ਰਿਹਾ ਹੈ, ਉਹ ਮਨੁੱਖਾ ਜਾਤੀ ਦੀ ਭਲਾਈ ਤੇ ਹੋਣਾ ਸ਼ੁਰੂ ਹੋ ਜਾਏਗਾ। ਸਮਾਂ ਬਦਲ ਜਾਏਗਾ, ਪਰ ਇਹ ਗੁਰੂ ਦੀ ਬਾਣੀ ਦੀ ਪ੍ਰਚਾਰ ਦੇ ਨਾਲ, ਇਸ ਦੀ ਸਮਝ ਦੇ ਨਾਲ ਹੋਏਗਾ। ਹੁਣ ਇਸ ਮੀਡੀਆ ਨੂੰ ਹੀ ਜਾਂ ਇਸ ਦ੍ਰਿਸ਼ਟਮਾਨ ਖੋਜਾਂ ਨੂੰ ਹੀ ਲੈ ਕੇ ਅਸੀਂ ਇਸ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੇ ਕਿਰਪਾ ਕਰਨ, ਖੇਲ ਸਾਨੂੰ ਸਮਝਾ ਰਹੇ ਨੇ ਉਹ ਵੀ ਅਸੀਂ ਸ਼ਬਦ ਦੇ ਨਾਲ ਜੁੜ ਜਾਈਏ, ਸ਼ਬਦ ਨਾਲ ਜੁੜ ਕੇ ਆਪਣੇ ਨਿੱਜ ਸਰੂਪ ਦੇ ਵਿੱਚ, ਨਿੱਜ ਮਹਿਲ ਦੇ ਵਿੱਚ ਵਾਪਸ ਆ ਜਾਈਏ। ਉੱਥੋਂ ਫਿਰ ਸਾਡਾ ਅਸਲੀ ਖੇਲ ਚੱਲੇਗਾ।
ਇਹ ਸਾਨੂੰ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਮਝਾਉਣਾ ਕੀਤਾ ਹੈ ਵੀ ਤੁਸੀਂ ਇਹਨਾਂ ਵਿਕਾਰਾਂ ਤੋਂ ਉੱਪਰ ਉੱਠ ਕੇ ਬ੍ਰਹਮ ਦਾ ਗਿਆਨ ਹਾਸਲ ਕਰੋ ਅਤੇ ਇਸ ਅਕਥ ਦੇ ਭੇਤ ਨੂੰ ਸਮਝੋ ਜੋ ਮਾਲਕ ਸਾਨੂੰ ਗੁਰਬਾਣੀ ਵਿੱਚ ਸਮਝਾ ਕੇ ਗਏ ਨੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ, ਇਹ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸਹਿ ਜਗਾਏ ਪਿਆਵੈ ਇਹ ਰਸ, ਅਕਥ ਕਥਾ ਤਿੰਨ ਜਾਨੀ। ਸੋ ਇਹ ਆਪਾਂ ਕਰਨ ਵਾਸਤੇ ਕੋਸ਼ਿਸ਼ ਕਰਨੀ ਹੁੰਦੀ ਹੈ ਵੀ ਮਨ ਨੂੰ ਦ੍ਰਿਸ਼ਟਮਾਨ ਦੇ ਫੁਰਨੇ ਤ੍ਰੈ ਗੁਣ ਇਹਨਾਂ ਵਿੱਚੋਂ ਕੱਢ ਕੇ ਸੁਣ ਵਿੱਚ ਸਹਿਜ ਵਿੱਚ ਲਿਜਾ ਕੇ ਸ਼ਬਦ ਦੇ ਨਾਲ ਜੋੜਿਆ ਜਾਏ। ਗੁਰਮੰਤਰ ਦਾ ਅਭਿਆਸ ਕਰਕੇ ਸਿਮਰਨ ਕਰਦਿਆਂ ਹੋਇਆਂ ਜਿਵੇਂ ਜਿਵੇਂ ਅਸੀਂ ਨਾਮ ਦੇ ਨਾਲ ਜੁੜਾਂਗੇ ਸਾਡੇ ਅੰਦਰੋਂ ਉਹ ਸ਼ਬਦ ਦੀ ਧੁਨ ਉਹ ਪ੍ਰਗਟ ਹੁੰਦੀ ਜਾਵੇਗੀ ਅਤੇ ਸਾਡਾ ਮਨ ਸਹਿਜ ਸੁਭਾਏ ਹੀ ਜਾਗਣਾ ਸ਼ੁਰੂ ਕਰ ਲਏਗਾ। ਸੋ ਇੰਨੇ ਹੀ ਵਿਚਾਰ ਕਰਦਿਆਂ ਹੋਇਆਂ ਖਿਮਾ ਦੇ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।